ਅਸਾਮ ਦੀ ਧਰਤੀ ਰਤਨ ਰਾਏ ਜਦੋਂ ਬੰਦਾ ਨਾ ਦਸਤਾਰ ਤੇ ਦੇਖਦਾ, ਕਹਿਣ ਲੱਗਾ ਮਾਤਾ ਮੇਰੇ ਇੱਥੇ ਇੱਕ ਨਿਸ਼ਾਨ ਬਣਿਆ ਇੱਕ ਓੰਕਾਰ ਦਾ, ਇਹ ਕੀ ਮਤਲਬ ਹੈ, ਇਹਦੀ ਕੀ ਕਹਾਣੀ ਹੈ? ਕਹਿਣ ਲੱਗੀ ਮੈਂ ਤੈਨੂੰ ਗੁਰੂ ਘਰੋਂ ਮੰਗ ਕੇ ਲਿਆ, ਮੰਗ ਕੇ। ਅਸੀਂ ਵੀ ਬੱਚਿਆਂ ਨੂੰ ਮੰਗ ਕੇ ਲੈਂਦੇ ਹਾਂ ਗੁਰੂ ਘਰੋਂ, ਨਾ ਚਾਚੇ ਤਾਏ ਦਾ ਲਾ ਦਿੰਦੇ ਕਿਸੇ ਹੋਰ ਦਾ ਹੀ। ਕਹਿਣ ਲੱਗੀ ਮੈਂ ਤੈਨੂੰ ਮੰਗ ਕੇ ਲਿਆ। ਕਹਿੰਦੇ ਮਾਤਾ ਗੱਲ ਸੁਣਾ, ਪੂਰੀ ਪੂਰੀ ਖੁੱਲ੍ਹ ਕੇ ਦੱਸ ਗੱਲ। ਕਹਿਣ ਲੱਗੇ ਅਸਾਮ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨ ਪਏ, ਮੈਂ ਤੇ ਤੇਰਾ ਪਿਤਾ ਰਾਜਾ ਰਾਮ ਰਾਏ ਦੋਵਾਂ ਜਿਨ੍ਹਾਂ ਨੂੰ ਪਤਾ ਲੱਗਾ ਕਿ ਮਾਲਕ ਆਪ ਆਏ ਨੇ ਇਸ ਧਰਤੀ ਤੇ। ਕਹਿਣ ਲੱਗੇ ਅਸੀਂ ਸਲਾਹ ਬਣਾਈ ਕਿ ਸਾਡੇ ਘਰ ਕੋਈ ਧੀ ਪੁੱਤਰ ਨਹੀਂ ਹੈਗਾ, ਚਲੋ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਡੀ ਝੋਲੀ ਖਾਲੀ ਹੈ, ਸਾਡੀ ਝੋਲੀ ਵੀ ਭਰ ਦਿਓ। ਅਸੀਂ ਵੀ ਸੰਗਤ ਜੀ ਅਰਦਾਸ ਕਰੀਏ, ਸਾਡੀ ਝੋਲੀ ਵੀ ਖਾਲੀ ਹੈ, ਕੋਈ ਅੰਮ੍ਰਿਤ ਵੇਲੇ ਤੂੰ ਖਾਲੀ, ਕੋਈ ਅੰਮ੍ਰਿਤ ਤੂੰ ਖਾਲੀ ਹੈ, ਕੋਈ ਸਿਮਰਨ ਤੋਂ ਖਾਲੀ ਹੈ, ਕੋਈ ਬੰਦਗੀ ਤੋਂ ਖਾਲੀ ਹੈ, ਕਿਸੇ ਨਾ ਕਿਸੇ ਪਾਸੋਂ ਤੇ ਸਾਡੀ ਝੋਲੀ ਵੀ ਖਾਲੀ ਹੈ ਨਾ। ਤੇ ਮਾਤਾ ਕਹਿਣ ਲੱਗੀ ਮੈਂ ਤੁਹਾਡੇ ਪਿਤਾ ਨਾਲ ਸਲਾਹ ਕੀਤੀ, ਚਲੋ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਚਲੀਏ, ਸਾਡੀ ਝੋਲੀ ਖਾਲੀ ਏ, ਜਾ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ, ਪਾਤਸ਼ਾਹ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਆਵੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਤੁਸੀਂ ਤੇ ਝੋਲੀਆਂ ਭਰਦੇ ਹੋ। ਪਿਤਾ ਤੁਹਾਡੇ ਨਾਲ ਸਲਾਹ ਕੀਤੀ, ਆਪਾਂ ਘਰੋਂ ਚੱਲ ਪਏ, ਘਰ ਨੂੰ ਲਾਏ ਤਾਲੇ, ਰਾਜ ਭਾਗ ਨੂੰ ਲਾਏ ਤਾਲੇ, ਚਾਬੀਆਂ ਦਾ ਫੜਿਆ ਗੁੱਛਾ, ਫੜ ਕੇ ਗੁੱਛਾ ਤੇਰਾ ਪਿਤਾ ਤੇ ਮੈਂ ਦੋਵੇਂ ਜਣੇ, ਮਾਤਾ ਕਹਿਣ ਲੱਗੀ ਰਤਨ ਰਾਏ ਨੂੰ ਆਪਾਂ ਚੱਲ ਪਏ ਨੌਵੇਂ ਪਾਤਸ਼ਾਹ ਵੱਲ। ਜਾ ਕੇ ਚਾਬੀਆਂ ਦਾ ਗੁੱਛਾ ਰੱਖ ਦਿੱਤਾ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੇ ਬੈਠ ਗਏ ਤੇ ਕਹਿਣ ਲੱਗੇ ਪਾਤਸ਼ਾਹ ਝੋਲੀ ਖਾਲੀ ਏ, ਝੋਲੀ ਭਰ ਦਿਓ। ਪਾਤਸ਼ਾਹ ਕਹਿਣ ਲੱਗੇ ਕੀ ਚਾਹੀਦਾ? ਕਹਿਣ ਲੱਗੇ ਜੀ ਘਰ ਵਿੱਚ ਕੋਈ ਧੀ ਪੁੱਤਰ ਨਹੀਂ ਹੈਗਾ, ਪੁੱਤਰ ਦੀ ਬਖਸ਼ਿਸ਼ ਕਰੋ। ਪਾਤਸ਼ਾਹ ਕਹਿਣ ਲੱਗੇ ਜਾਓ ਗੁਰੂ ਘਰੋਂ, ਗੁਰੂ ਨਾਨਕ ਦੇ ਘਰੋਂ ਤੁਹਾਡੀਆਂ ਝੋਲੀਆਂ ਭਰੀਆਂ ਜਾਣਗੀਆਂ। ਹੁਣ ਜਦੋਂ ਇੰਨਾ ਬਚਨ ਹੋਇਆ ਨਾ ਤੇ ਮਾਤਾ ਦੇ ਮਨ ਵਿੱਚ ਖਿਆਲ ਆ ਗਿਆ। ਖਿਆਲ ਇਹ ਆਇਆ ਕਿ ਅੱਗੇ ਵੀ ਆਪਾਂ ਜਾਂਦੇ ਹਾਂ, ਕਈਆਂ ਪਾਸੇ ਜਾਂਦੇ ਹਾਂ, ਉਹ ਵੀ ਇਹੀ ਗੱਲ ਕਹਿ ਦਿੰਦੇ ਨੇ ਤੇਰੀ ਝੋਲੀ ਭਰੀ ਗਈ, ਅੱਜ ਤੱਕ ਭਰੀ ਤੇ ਹੈ ਹੀ ਨਹੀਂ। ਫਿਰ ਬਚਨ ਕਰਦੀ ਏ ਪਾਤਸ਼ਾਹ ਤੁਹਾਡੇ ਚਰਨਾਂ 'ਚ ਚਾਬੀਆਂ ਦਾ ਗੁੱਛਾ ਰੱਖਿਆ, ਰਾਜ ਮਹਿਲ ਦੀਆਂ ਚਾਬੀਆਂ ਦਾ। ਪਾਤਸ਼ਾਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆ, ਜਾਂ ਤੇ ਚਾਬੀਆਂ ਸਾਂਭਣ ਵਾਲਾ ਦੇ ਦਿਓ, ਨਹੀਂ ਤੇ ਚਾਬੀਆਂ ਤੁਸੀਂ ਰੱਖ ਲਓ। ਜਾਂ ਤੇ ਚਾਬੀਆਂ ਸਾਂਭਣ ਵਾਲਾ ਦੇ ਦਿਓ, ਨਹੀਂ ਤੇ ਚਾਬੀਆਂ ਤੁਸੀਂ ਰੱਖ ਲਓ। ਸਾਨੂੰ ਰਾਜ ਭਾਗ ਚੰਗਾ ਨਹੀਂ ਲੱਗਦਾ। ਰਾਜ ਭਾਗ ਹੋਵੇ, ਪੈਸਾ ਧਨ ਦੌਲਤ ਅੰਤਾਂ ਦੀ ਹੋਵੇ, ਪਰ ਜੇ ਘਰ ਵਿੱਚ ਕੋਈ ਧੀ ਪੁੱਤਰ ਨਾ ਹੋਵੇ ਤੇ ਸਾਰੀਆਂ ਚੀਜ਼ਾਂ ਬੇਕਾਰ ਲੱਗਦੀਆਂ। ਸਾਰੀਆਂ ਚੀਜ਼ਾਂ ਬੇਕਾਰ ਲੱਗਦੀਆਂ। ਕਹਿਣ ਲੱਗੇ ਪਾਤਸ਼ਾਹ ਜਾਂ ਤੇ ਚਾਬੀਆਂ ਰੱਖ ਲਓ, ਨਹੀਂ ਤੇ ਫਿਰ ਚਾਬੀਆਂ ਸਾਂਭਣ ਵਾਲਾ ਦੇ ਦਿਓ। ਤੇ ਪਾਤਸ਼ਾਹ ਅੱਗੇ ਵੀ ਆਪਾਂ ਕਈਆਂ ਕੋਲ ਜਾਂਦੇ ਹਾਂ, ਸਾਰੇ ਇਹੀ ਕਹਿੰਦੇ ਤੁਹਾਡੀਆਂ ਝੋਲੀਆਂ ਭਰਨ ਜਾਣਗੀਆਂ, ਤੁਹਾਡੀਆਂ ਝੋਲੀਆਂ ਭਰਨਗੀਆਂ, ਤੁਹਾਡੇ ਘਰ ਪੁੱਤਰ ਦੀ ਬਖਸ਼ਿਸ਼ ਹੋਏਗੀ, ਪਰ ਹੋਈ ਨਹੀਂ ਅੱਜ ਤੱਕ। ਸਾਨੂੰ ਕਿੱਦਾਂ ਪਤਾ ਲੱਗੇਗਾ? ਫਿਰ ਪਾਤਸ਼ਾਹ ਨੇ ਇੱਕ ਓੰਕਾਰ ਦੀ ਮੋਹਰ ਉਹਦੇ ਪਿਤਾ ਦੇ ਲਾਈ, ਜਿਹੜੀ ਉਹ ਮੋਹਰ ਰਤਨ ਰਾਏ ਦੇ ਮੱਥੇ ਤੇ ਮੋਹਰ ਸੀ। ਉਹ ਸਾਰੀ ਮਾਤਾ ਨੇ ਵਾਰਤਾ ਸੁਣਾਈ ਆਪਣੇ ਪੁੱਤਰ ਨੂੰ। ਕਹਿਣ ਲੱਗੇ ਇਹ ਤੈਨੂੰ ਗੁਰੂ ਘਰੋਂ ਮੰਗ ਕੇ ਲਿਆ। ਤੇ ਸੰਗਤ ਜੀ ਮੈਨੂੰ ਮਾਫ ਕਰਨਾ, ਲੋਹੜੀ ਆ ਰਹੀ ਨਾ ਤਿਉਹਾਰ, ਅਸੀਂ ਵੀ ਗੁਰੂ ਘਰੋਂ ਮੰਗ ਕੇ ਲੈਂਦੇ ਹਾਂ, ਧੀਆਂ ਪੁੱਤਰ ਮੰਗ ਕੇ ਲੈਂਦੇ ਹਾਂ। ਤੇ ਗੁਰੂ ਘਰ ਦੇ ਬਾਹਰ ਹੀ, ਇੱਥੇ ਬਾਹਰ ਹੀ ਸੜਕ ਤੇ ਫਿਰ ਡੀਜੇ ਲਾ ਦਿੰਦੇ ਹਾਂ। ਲਾ ਕੇ ਡੀਜੇ ਫਿਰ ਜੋ ਨਹੀਂ ਚੀਜ਼ਾਂ ਖਾਣੀਆਂ ਪੀਣੀਆਂ ਉਹ ਸਾਰੀਆਂ ਵਰਤਾਨੇ ਆ।
ਤੇ ਭੰਗੜੇ ਪਾਣੇ ਉੱਚੀ ਉੱਚੀ, ਬਾਬਾ ਇਹ ਕਹਿੰਦੇ ਆ ਨਾ ਆਪਾਂ, ਬਾਬਾ ਜੋ ਤੂੰ ਸਾਡਾ ਕਰਨਾ ਕਰ ਲਾ, ਤੇਰੇ ਕੋਲ ਤੇ ਲੈ ਹੀ ਲਿਆ ਹੁਣ ਆਪਾਂ। ਹੁਣ ਬਾਬਾ ਤੂੰ ਆਪਣੇ ਘਰ ਤੇ ਅਸੀਂ ਆਪਣੇ ਘਰ, ਤੂੰ ਆਪਣੇ ਘਰ ਰਹਿ, ਅਸੀਂ ਆਪਣੇ ਘਰ। ਫਿਰ ਦੇ ਤੇਰੇ ਦੇ ਭੰਗੜੇ, ਸ਼ਰਾਬਾਂ, ਕਬਾਬਾਂ, ਕਈ ਕੁਛ ਕਰਦੇ ਆ। ਜਦੋਂ ਤੇ ਮਿਲਦਾ ਨਹੀਂ, ਫਿਰ ਬਾਬੇ ਕੋਲ ਆ ਕੇ ਨੇ, ਬਾਬਾ ਜੀ ਇੱਕ ਵਾਰੀ ਝੋਲੀ ਭਰ ਦਿਓ, ਤੁਹਾਡਾ ਹੀ ਪੁੱਤਰ ਇਹ ਸਿੱਖੀ ਦੇ ਲੜ ਲਾਵਾਂਗੇ, ਇਹਦੇ ਨਿਮਿੱਤ ਅਰਦਾਸਾਂ ਹੀ ਕਰਿਆ ਕਰਾਂਗੇ, ਇਹਦੇ ਨਿਮਿੱਤ ਕੋਈ ਪਾਪ ਨਹੀਂ ਕਰਾਂਗੇ। ਤੇ ਜਦੋਂ ਅਸੀਂ ਬੱਚਾ ਲੈਂਦੇ ਹਾਂ ਮੰਗ ਕੇ ਗੁਰੂ ਘਰੋਂ, ਫਿਰ ਉਹਦੇ ਨਾਂ ਦੀਆਂ ਗਲਤ ਚੀਜ਼ਾਂ ਵਰਤਾਨੇ ਆ। ਲੋਹੜੀਆਂ ਮਨਾਉਂਦੇ, ਲੋਹੜੀਆਂ ਮਨਾਓ, ਖੁਸ਼ੀਆਂ ਮਨਾਓ, ਮੈਂ ਇਹ ਗੱਲ ਨਹੀਂ ਕਹਿੰਦਾ ਨਾ ਮਨਾਓ, ਖੁਸ਼ੀਆਂ ਮਨਾਓ, ਪਰ ਗਲਤ ਚੀਜ਼ਾਂ ਨਾ ਵਰਤਾਓ। ਉਹ ਚੀਜ਼ ਵਰਤਾਓ, ਉਹ ਚੀਜ਼ ਖਵਾਓ ਜਿਹੜੀ ਗੁਰੂ ਘਰ ਪ੍ਰਵਾਨ ਹੈ। ਜਿਹੜੀ ਪ੍ਰਵਾਨ ਨਹੀਂ, ਉਹ ਕੰਮ ਨਹੀਂ ਕਰਨਾ ਆਪਾਂ, ਕਿਉਂਕਿ ਗੁਰੂ ਕੋਲੋਂ ਮੰਗਿਆ, ਫਿਰ ਗੁਰੂ ਨੂੰ ਹੀ ਅੱਖਾਂ ਵਿਖਾਉਂਦੇ ਆ ਆਪਾਂ। ਤੇ ਮਾਤਾ ਨੇ ਕਿਹਾ ਤੈਨੂੰ ਗੁਰੂ ਘਰੋਂ ਮੰਗ ਕੇ ਲਿਆ ਸੀ। ਤੇ ਰਤਨ ਰਾਏ ਕਹਿਣ ਲੱਗਾ ਜੇ ਮੈਨੂੰ ਗੁਰੂ ਘਰੋਂ ਮੰਗ ਕੇ ਲਿਆ ਸੀ ਨਾ, ਫਿਰ ਮੈਨੂੰ ਉਹ ਗੁਰੂ ਦੇ ਦਰਸ਼ਨ ਵੀ ਕਰਾ। ਤੇ ਮਾਤਾ ਕਹਿਣ ਲੱਗੀ ਦਰਸ਼ਨ ਕਿੱਥੋਂ ਕਰਾਵਾਂ, ਦਰਸ਼ਨ ਤੈਨੂੰ ਕਿੱਥੋਂ ਕਰਾਵਾਂ, ਨੌਵੇਂ ਪਾਤਸ਼ਾਹ ਤੇ ਸ਼ਹੀਦੀ ਪਾ ਗਏ ਨੇ। ਧਰਮ ਦੀ ਰਾਖੀ, ਕਿਸੇ ਹੋਰ ਧਰਮ ਦੀ ਰਾਖੀ ਵਾਸਤੇ ਸ਼ਹੀਦੀ ਪਾ ਗਏ ਨੇ, ਤੈਨੂੰ ਕਿੱਥੋਂ ਦਰਸ਼ਨ ਕਰਾਵਾਂ। ਤੇ ਰਤਨ ਰਾਏ ਕਹਿਣ ਲੱਗਾ ਫਿਰ ਮੈਨੂੰ ਹੁਣ ਦਰਸ਼ਨ ਨਹੀਂ ਹੋਣਗੇ ਗੁਰੂ ਦੇ। ਕਹਿਣ ਲੱਗੇ ਜੀ ਹੋਣਗੇ, ਉਹਨਾਂ ਦੇ ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਨਾਂ ਲੈ ਕੇ ਹੀ, ਜਦੋਂ ਨਾਂ ਹੀ ਲੈਂਦੇ ਨਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਅੰਦਰ ਇੱਕ ਝਰਨਾਹਟ ਛਿੜ ਜਾਂਦੀ ਏ। ਕਿਹੋ ਜਿਹੇ ਪਾਤਸ਼ਾਹ ਹੋਣਗੇ, ਕਿਹੋ ਜਿਹਾ ਉਹਨਾਂ ਦਾ ਰੂਪ ਸਰੂਪ ਹੋਵੇਗਾ, ਕਿਹੋ ਜਿਹਾ ਉਹਨਾਂ ਦੀ ਪਰਸਨੈਲਿਟੀ ਹੋਵੇਗੀ, ਕਿਸ ਤਰ੍ਹਾਂ ਘੋੜੇ ਤੇ ਬਹਿੰਦੇ ਹੋਣਗੇ, ਕਿੰਨਾ ਪ੍ਰਤਾਪ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ। ਅੱਜ ਸਾਡੇ ਕੋਲ ਗੱਡੀਆਂ ਨੇ, ਅੱਜ ਸਾਡੇ ਕੋਲ ਟਰੈਕਟਰ ਨੇ, ਪਰ ਕਦੇ ਜਾ ਕੇ ਦੇਖਿਓ ਗੱਡੀਆਂ ਦੀ ਪਾਵਰ ਵੀ ਹਾਰਸ ਪਾਵਰ ਦੇ ਨਾਲ ਮਾਪੀ ਜਾਂਦੀ ਹੈ। ਇੰਨੇ ਹਾਰਸ ਪਾਵਰ ਹੀ ਮਾਪੀ ਜਾਂਦੀ ਨਾ ਗੱਡੀਆਂ ਦੀ, ਜੋ ਵੀ ਹੁੰਦੀ ਤਾਕਤ ਉਹਦੀ, ਕਿਉਂਕਿ ਘੋੜੇ 'ਚ ਬੜੀ ਤਾਕਤ ਹੁੰਦੀ ਹੈ। ਤੇ ਕਿੰਨਾ ਪ੍ਰਤਾਪ ਹੋਏਗਾ ਜੋ ਨੀਲੇ ਘੋੜੇ 'ਤੇ ਬੈਠਦੇ ਹੋਣਗੇ। ਤੇ ਦਾਸ ਉੱਥੇ ਹੀ ਆਵੇ। ਰਤਨ ਰਾਏ ਕਹਿਣ ਲੱਗਾ ਮਾਤਾ ਮੈਨੂੰ ਵੀ ਦਰਸ਼ਨ ਕਰਾਓ। ਤੇ ਮਾਤਾ ਕਹਿਣ ਲੱਗੀ ਜੀ ਆਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਸ ਕਰਦੇ ਪਏ ਨੇ, ਤੁਸੀਂ ਉਹਨਾਂ ਦੇ ਦਰਸ਼ਨ ਕਰੋ। ਫਿਰ ਰਤਨ ਰਾਏ ਪੰਚ ਕਲਾ ਸ਼ਸਤਰ, ਹੀਰਿਆਂ ਜੜੀ ਕਲਗੀ, ਚੰਦਨ ਦੀ ਚੌਂਕੀ, ਪ੍ਰਸ਼ਾਦੀ ਹਾਥੀ ਲੈ ਕੇ ਪਹੁੰਚਿਆ ਆਨੰਦਪੁਰ ਸਾਹਿਬ। ਤੇ ਜਾ ਕੇ ਸੇਵਾ ਕੀਤੀ, ਗੁਰੂ ਦੀਆਂ ਖੁਸ਼ੀਆਂ ਲਈਆਂ।